दोस्तों विलियम वेस्टमोरलैंड ने कहा सी कि द मिलिटरी डोंट स्टार्ट वॉर्स, पॉलिटिशियन स्टार्ट वॉर्स। मतलब कि कदे भी फौज जंग की शुरुआत नहीं करती, जंग की शुरुआत हमेशा सियासतदान करते ने। रूस ਅਤੇ यूक्रेन के दरम्यान जंग चल रही है, जिस दे बारे ਤੁਸੀਂ ਵੱਖ-ਵੱਖ ਮੁxtਲਿਫ ਲੀਨੀਅਰ ਟੀਵੀ ਅਤੇ ਡਿਜੀਟਲ ਪਲੇਟਫਾਰਮ ਦੇ ਉੱਤੇ ਵੇਖ ਅਤੇ ਸੁਣ ਰਹੇ ਹੋਗੇ। ਸਾਡਾ ਮਕਸਦ ਸਿਰਫ ਇਸ ਨੂੰ ਮੁਕਤਸਰ ਕਰਨਾ, ਯਾਨੀ ਛੋਟਾ ਕਰਕੇ ਕੁਝ ਪੁਆਇੰਟਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਨਾ ਕਿ ਅਸਲ ਇਹ ਵਿਵਾਦ ਦਾ ਕਾਰਨ ਕੀ ਹੈ। ਇਸ ਲਈ ਅਸੀਂ ਸੋਚਿਆ ਕਿ ਜੋ ਚੀਜ਼ਾਂ ਤੁਸੀਂ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਤੋਂ ਲੈ ਰਹੇ ਹੋ, ਉਹ ਚੀਜ਼ਾਂ ਤੁਹਾਨੂੰ ਦੁਬਾਰਾ ਦੱਸ ਕੇ ਸਮਾਂ ਬਰਬਾਦ ਨਾ ਕੀਤਾ ਜਾਵੇ। ਸ਼ਾਇਦ ਤੁਹਾਡੇ ਮਨ 'ਚ ਇਹ ਵੀ ਆ ਰਿਹਾ ਹੋਵੇ ਕਿ ਉਸ ਤੋਂ ਵੱਧ ਟਾਈਮ ਅਸੀਂ ਚੁੱਕ ਰਹੇ ਹਾਂ ਤੁਹਾਡਾ, ਤੇ ਇਸ ਲਈ ਮੈਂ ਹਾਂ ਪ੍ਰਿੰਸ ਚੁਗਾਵਾ ਤੇ ਆਓ ਸ਼ੁਰੂ ਕਰਦੇ ਹਾਂ। ਪਹਿਲਾ ਕਾਰਨ, ਫਸਟ ਪੁਆਇੰਟ। ਦੋਸਤੋ, ਜਦੋਂ 1991 ਦੇ ਵਿੱਚ ਸੋਵੀਅਤ ਯੂਨੀਅਨ ਟੁੱਟੀ ਤਾਂ ਰੂਸ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜੋ 15 ਦੇਸ਼ ਯੂਨੀਅਨ ਦੇ ਵਿੱਚੋਂ ਟੁੱਟ ਚੁੱਕੇ ਨੇ ਉਹਨਾਂ ਨੂੰ ਨਾਟੋ ਦੇ ਅੰਦਰ ਸ਼ਾਮਿਲ ਨਹੀਂ ਕੀਤਾ ਜਾਵੇਗਾ। ਪਰ ਪਿਛਲੇ ਸਾਲਾਂ ਦੇ ਦੌਰਾਨ ਅਮਰੀਕਾ ਨੇ ਇਹ ਵਾਅਦਾ ਤੋੜ ਕੇ ਇਹਨਾਂ ਚੋਂ ਬਹੁਤ ਸਾਰੇ ਦੇਸ਼ ਨਾਟੋ ਦੇ ਵਿੱਚ ਸ਼ਾਮਿਲ ਕਰ ਲਏ ਸਨ। ਦੂਸਰਾ ਕਾਰਨ, ਦੋਸਤੋ, ਤੁਹਾਡੇ ਮਨ ਦੇ ਵਿੱਚ ਮੋਟਾ-ਮੋਟਾ ਇੱਕ ਖਿਆਲ ਆਉਂਦਾ ਹੋਵੇਗਾ ਕਿ ਰੂਸ ਯੂਕਰੇਨ ਦੇ ਉੱਤੇ ਹਮਲਾ ਕਰ ਕਿਉਂ ਰਿਹਾ ਹੈ। ਕਹਿਣ ਦਾ ਮਤਲਬ ਰੂਸ ਕੀ ਚਾਹੁੰਦਾ ਹੈ ਯੂਕਰੇਨ ਦੇ ਕੋਲੋਂ। ਤਾਂ ਉਸ ਦਾ ਇੱਕ ਕਾਰਨ ਜੋ ਰੂਸ ਦੇ ਵੱਲੋਂ ਦੱਸਿਆ ਜਾਂਦਾ ਹੈ ਉਹ ਇਹ ਹੈ ਕਿ ਅਮਰੀਕਾ ਉਸ ਹੋਏ ਵਾਅਦੇ ਨੂੰ ਤੋੜ ਕੇ ਯੂਕਰੇਨ ਨੂੰ ਇਸ ਦੇ ਵਿੱਚ ਸ਼ਾਮਲ ਕਰ ਰਿਹਾ ਸੀ। ਪਰ ਅਸਲ ਕਾਰਨ ਕੁਝ ਹੋਰ ਨੇ। ਦੋਸਤੋ, ਰੂਸ ਅਤੇ ਯੂਕਰੇਨ ਦੀ ਆਪਸ ਦੇ ਵਿੱਚ 2295 ਕਿਲੋਮੀਟਰ ਦੀ ਸਰਹੱਦ ਮਿਲਦੀ ਹੈ ਤੇ ਰੂਸ ਅਤੇ ਯੂਰਪ ਦੇ ਦਰਮਿਆਨ ਯੂਕਰੇਨ ਇੱਕ ਬਰਫ਼ ਸਟੇਟ ਹੈ ਜੋ ਉਸ ਨੂੰ ਯੂਰਪ ਦੇ ਨਾਲ ਜੁੜਨ ਤੋਂ ਰੋਕਦੀ ਹੈ। ਇਸ ਦੇ ਨਾਲ ਰੂਸ ਹੁਣ 1991 ਵਾਲੀ ਹਾਲਤ ਦੇ ਵਿੱਚ ਨਹੀਂ ਹੈ। ਕਹਿਣ ਦਾ ਮਤਲਬ ਕਿ ਰੂਸ 1991 ਦੇ ਵਿੱਚ ਜਿੰਨਾ ਕਮਜ਼ੋਰ ਸੀ ਉਸ ਤੋਂ ਹੁਣ ਆਪਣੇ ਆਪ ਨੂੰ ਬਹੁਤ ਅਪਗ੍ਰੇਡ ਕਰ ਚੁੱਕਾ ਹੈ। ਇਸ ਵਕਤ ਉਹ ਆਪਣੇ ਆਪ ਦੇ ਵਿੱਚ ਸੁਪਰ ਪਾਵਰ ਮੰਨਿਆ ਜਾਂਦਾ ਹੈ ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਨਿਊਕਲੀਅਰ ਵੈਪਨ ਰੂਸ ਦੇ ਕੋਲ ਹੈ। ਤਕਰੀਬਨ 6500 ਦੇ ਕਰੀਬ ਨਿਊਕਲੀਅਰ ਵੈਪਨ ਰੂਸ ਦੇ ਕੋਲ ਹੈ ਅਤੇ ਆਪਣੇ ਆਪ ਨੂੰ ਸੁਪਰ ਪਾਵਰ ਕਹੇ ਜਾਣ ਵਾਲੇ ਅਮਰੀਕਾ ਤੋਂ ਵੀ ਜ਼ਿਆਦਾ। ਅਮਰੀਕਾ ਦੇ ਕੋਲ 5500 ਕੁਝ ਨੇ ਅਤੇ ਫਿਰ ਤੀਸਰੇ ਨੰਬਰ ਤੇ ਚਾਈਨਾ ਆਉਂਦਾ ਹੈ ਅਤੇ ਫਿਰ ਪਾਕਿਸਤਾਨ ਅਤੇ ਫਿਰ ਇੰਡੀਆ। ਇਹਨਾਂ ਸਾਰਿਆਂ ਨੂੰ ਜਮ੍ਹਾਂ ਕਰ ਲਈਏ ਤਾਂ ਵੀ ਰੂਸ ਦੇ ਬਰਾਬਰ ਪਹੁੰਚਦੇ ਨਹੀਂ ਦਿਖਦੇ। ਇਸ ਲਈ ਅਮਰੀਕਾ ਅਤੇ ਬਾਕੀ ਮੁਲਕਾਂ ਨੂੰ ਇਸ ਗਲਤਫਹਿਮੀ ਵਿੱਚ ਕਤਈ ਨਹੀਂ ਰਹਿਣਾ ਚਾਹੀਦਾ ਕਿ ਰੂਸ ਹੁਣ ਉਹ 1991 ਵਾਲਾ ਰੂਸ ਹੈ, ਕਿਉਂਕਿ ਵਲਾਦੀਮੀਰ ਪੁਤਿਨ ਪਹਿਲਾਂ ਹੀ ਇੱਕ ਟਿੱਪਣੀ ਕਰ ਚੁੱਕੇ ਨੇ ਕਿ ਜੇਕਰ ਜੰਗ ਹੋਈ ਤਾਂ ਅਮਰੀਕਾ ਅਤੇ ਨਾਟੋ ਦੇ 30 ਦੇਸ਼ ਇਹ ਗਲਤਫਹਿਮੀ ਨਾ ਰੱਖਣ ਕਿ ਉਹ ਜਿੱਤ ਜਾਣਗੇ। ਜਿੱਤ ਕਿਸੇ ਦੀ ਨਹੀਂ ਹੋਵੇਗੀ, ਸਿਰਫ ਅਤੇ ਸਿਰਫ ਬਰਬਾਦੀ ਹੋਵੇਗੀ। ਤੇ ਇੱਕ ਇਹ ਵੀ ਕਿ ਦੁਨੀਆ ਦਾ ਸਭ ਤੋਂ ਵੱਡਾ ਨਿਊਕਲੀਅਰ ਬੰਬ, ਜਿਸ ਨੂੰ ਫਾਦਰ ਆਫ ਆਲ ਬੰਬਸ ਕਿਹਾ ਜਾਂਦਾ ਹੈ, ਉਹ ਰੂਸ ਦੇ ਕੋਲ ਹੈ। ਤੀਸਰਾ ਕਾਰਨ ਦੋਸਤੋ, ਜੋ ਰੂਸ ਦੀ ਗੈਸ ਦੀ ਪਾਈਪਲਾਈਨ ਹੈ ਉਹ ਸਾਰੇ ਹੀ ਯੂਰਪੀ ਦੇਸ਼ਾਂ ਨੂੰ ਯੂਕਰੇਨ ਦੇ ਵਿੱਚੋਂ ਹੋ ਕੇ ਜਾਂਦੀ ਹੈ। ਮਤਲਬ ਕਿ ਉਹ ਗੈਸ ਦੀ ਪਾਈਪਲਾਈਨ ਸਿੱਧੇ ਤੌਰ ਤੇ ਨਹੀਂ ਜਾ ਸਕਦੀ ਅਗਰ ਯੂਕਰੇਨ ਨਾ ਚਾਹੇ। ਯੂਕਰੇਨ ਇਸ ਗੈਸ ਦੀ ਪਾਈਪਲਾਈਨ ਨੂੰ ਲੰਘਾਉਣ ਦੇ ਬਦਲੇ ਰੂਸ ਤੋਂ ਕਰੋੜਾਂ ਡਾਲਰ ਚਾਰਜ ਕਰਦਾ ਸੀ, ਜੋ ਕਿ ਯੂਕਰੇਨ ਦਾ ਹੱਕ ਵੀ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਯੂਕਰੇਨ ਦੇ ਵੱਲੋਂ ਥੋੜਾ ਲਾਲਚ ਕਰਕੇ ਇਸ ਦਾ ਰੈਂਟ ਵਧਾਇਆ ਜਾਂਦਾ ਰਿਹਾ ਹੈ, ਜਿਸ ਨੂੰ ਯੂਕਰੇਨ ਦੇ ਵੱਲੋਂ ਪਿਛਲੇ ਕੁਝ ਸਾਲਾਂ ਦੇ ਵਿੱਚ 20 ਗੁਣਾ ਵੱਧ ਕੀਮਤ ਕਰ ਦਿੱਤੀ ਗਈ ਸੀ, ਜਿਸ ਦੇ ਕਰਕੇ ਗ੍ਰੌਸ ਫੇਅਰ ਮਾਰਜਨ ਜੋ ਰੂਸ ਦਾ ਸੀ ਉਹ ਬਹੁਤ ਗਿਰ ਗਿਆ ਸੀ। ਕਹਿਣ ਦਾ ਮਤਲਬ ਕਮਾਈ ਦਾ ਇੱਕ ਵੱਡਾ ਹਿੱਸਾ ਉਸ ਨੂੰ ਯੂਕਰੇਨ ਨੂੰ ਰੈਂਟ ਦੇ ਤੌਰ ਤੇ ਦੇਣਾ ਪੈਂਦਾ ਸੀ। ਇਸ ਤੋਂ ਬਾਅਦ ਰੂਸ ਨੇ ਇਸ ਦਾ ਹੱਲ ਲੱਭਿਆ। 5 ਸਾਲ ਲੱਗੇ ਅਤੇ ਮਿਹਨਤ ਕਰਕੇ 11 ਅਰਬ ਡਾਲਰ ਦਾ ਖਰਚਾ ਕਰਕੇ ਉਹਨਾਂ ਨੇ ਯੂਕਰੇਨ ਨੂੰ ਬਾਈਪਾਸ ਕਰਕੇ ਸਮੁੰਦਰ ਦੇ ਵਿੱਚੋਂ ਦੀ ਇਹ ਪਾਈਪਲਾਈਨ ਜਰਮਨੀ ਦੇ ਤੱਕ ਬਣਾ ਦਿੱਤੀ, ਜਿਸ ਤੋਂ ਬਾਅਦ ਯੂਕਰੇਨ ਨਾਰਾਜ਼ ਹੋ ਗਿਆ। ਚੌਥਾ ਕਾਰਨ ਇਹ ਹੈ ਕਿ ਹੁਣ ਅਮਰੀਕਾ ਚਾਹੁੰਦਾ ਸੀ ਕਿ ਇਹ ਪਾਈਪਲਾਈਨ ਬੰਦ ਕਰ ਦਿੱਤੀ ਜਾਵੇ ਅਤੇ ਰੂਸ ਦੇ 11 ਅਰਬ ਡਾਲਰ ਅਤੇ 5 ਸਾਲ ਦੀ ਜੋ ਮਿਹਨਤ ਲੱਗੀ ਹੈ ਉਸ ਨੂੰ ਬਰਬਾਦ ਕਰ ਦਿੱਤਾ ਜਾਵੇ ਅਤੇ ਆਪ ਯੂਰਪੀ ਦੇਸ਼ਾਂ ਨੂੰ ਗੈਸ ਵੇਚ ਕੇ ਮੁਨਾਫਾ ਕਮਾਇਆ ਜਾਵੇ
ਅਤੇ ਰੂਸ ਦਾ ਵਪਾਰ ਬਰਬਾਦ ਕਰ ਦਿੱਤਾ ਜਾਵੇ, ਜਿਸ ਤੋਂ ਬਾਅਦ ਅਮਰੀਕਾ ਨੇ ਯੂਕਰੇਨ ਨੂੰ ਉਸ ਪਾਸੇ ਦੇ ਵੱਲ ਹੌਲੀ-ਹੌਲੀ ਮਾਇਲ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬੀ ਦੇ ਸਾਦੇ ਲਫ਼ਜ਼ਾਂ ਵਿੱਚ ਕਹੀਏ ਤਾਂ ਉਂਗਲ ਦੇਣੀ ਸ਼ੁਰੂ ਕਰ ਦਿੱਤੀ, ਜਿਸ ਦਾ ਨਤੀਜਾ ਤੁਸੀਂ ਅੱਜ ਦੇਖ ਰਹੇ ਹੋ, ਕਿਉਂਕਿ ਅਮਰੀਕਾ ਇਸ ਕੰਮ ਦੇ ਵਿੱਚ ਮਾਹਰ ਹੈ। ਦੋਸਤੋ, ਅੱਗੇ ਵਧਣ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਅਡੋਲਫ ਹਿਟਲਰ ਆਪਣੀ ਡਾਇਰੀ ਵਿੱਚ ਲਿਖਦਾ ਹੈ ਕਿ ਜੇ ਤੁਸੀਂ ਜਿੱਤ ਜਾਂਦੇ ਹੋ ਤਾਂ ਤੁਹਾਨੂੰ ਲੋਕਾਂ ਨੂੰ ਸਮਝਾਉਣ ਦੀ ਲੋੜ ਨਹੀਂ ਹੁੰਦੀ, ਪਰ ਜੇ ਤੁਸੀਂ ਹਾਰ ਜਾਂਦੇ ਹੋ ਤਾਂ ਤੁਹਾਨੂੰ ਸਮਝਾਉਣ ਦੇ ਲਈ ਉੱਥੇ ਮੌਜੂਦ ਨਹੀਂ ਹੋਣਾ ਚਾਹੀਦਾ। ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਲਾਈਨਾਂ ਇਹ ਬੰਬੂ ਦੀ ਬਣੀ ਕਿਤਾਬ ਯਾਨੀ ਬਾਂਸ ਦੀ ਬਣੀ ਕਿਤਾਬ ਦਾ ਆਰਟ ਆਫ ਵਾਰ ਦੇ ਨਾਲ ਮਿਲਦੀਆਂ ਨੇ। ਦੁਨੀਆ ਭਰ ਵਿੱਚ ਮਸ਼ਹੂਰ ਇਹ ਕਿਤਾਬ ਪ੍ਰਾਚੀਨ ਚੀਨ ਦੇ ਪੂਰਬੀ ਕਾਲ ਦੇ ਇੱਕ ਚਾਈਨੀਜ਼ ਜਨਰਲ ਸਨ ਤਜ਼ੂ ਦੀ ਹੈ। ਸਨ ਤਜ਼ੂ ਦੀ ਇਸ ਕਿਤਾਬ ਦੀ ਵਰਤੋਂ ਵੱਡੇ ਤਾਨਾਸ਼ਾਹਾਂ ਦੇ ਵੱਲੋਂ ਦੌਰਾਨੇ ਜੰਗ ਕੀਤੀ ਜਾਂਦੀ ਰਹੀ ਹੈ। ਇਸ ਦੇ ਵਿੱਚ ਸਾਫ਼ ਦੱਸਿਆ ਗਿਆ ਕਿ ਦੁਸ਼ਮਣ ਦੇ ਉੱਤੇ ਫਤਹ ਕਿਵੇਂ ਪਾਈ ਜਾਂਦੀ ਹੈ। ਜਿਵੇਂ ਸਨ ਤਜ਼ੂ ਕਹਿੰਦਾ ਹੈ, ਆਪਣੇ ਦੁਸ਼ਮਣ ਨੂੰ ਜਾਣਨ ਦੇ ਲਈ ਤੁਹਾਨੂੰ ਆਪਣਾ ਦੁਸ਼ਮਣ ਬਣਨਾ ਚਾਹੀਦਾ ਹੈ, ਫਿਰ ਹੀ ਤੁਸੀਂ ਆਪਣੇ ਦੁਸ਼ਮਣ ਵਾਂਗ ਸੋਚ ਸਕਦੇ ਹੋ ਕਿ ਉਹ ਤੁਹਾਡੇ ਬਾਰੇ ਕੀ ਸੋਚਦਾ ਹੈ। ਇਸ ਲਈ ਪਹਿਲਾਂ ਆਪਣਾ ਦੁਸ਼ਮਣ ਬਣੋ, ਉਸ ਤਰ੍ਹਾਂ ਦੀ ਕੈਫੀਅਤ ਨੂੰ ਆਪਣੇ ਉੱਪਰ ਤਾਰੀ ਕਰੋ। ਸਨ ਤਜ਼ੂ ਲਿਖਦਾ ਹੈ ਕਿ ਸਾਰਾ ਯੁੱਧ ਧੋਖੇ ਤੇ ਆਧਾਰਿਤ ਹੁੰਦਾ ਹੈ। ਜਦੋਂ ਅਸੀਂ ਹਮਲਾ ਕਰਨ ਦੇ ਯੋਗ ਹੁੰਦੇ ਹਾਂ, ਤਾਕਤਵਰ ਹੁੰਦੇ ਹਾਂ, ਉਦੋਂ ਸਾਨੂੰ ਕਮਜ਼ੋਰ ਜਾਪਣਾ ਚਾਹੀਦਾ ਹੈ। ਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਸਮੇਂ ਦੁਸ਼ਮਣ ਨੂੰ ਇਹ ਦਿਖਾਈ ਦੇਣਾ ਚਾਹੀਦਾ ਹੈ ਕਿ ਤੁਸੀਂ ਕੁਝ ਨਹੀਂ ਕਰ ਰਹੇ। ਜਦੋਂ ਅਸੀਂ ਨੇੜੇ ਹੁੰਦੇ ਹਾਂ, ਸਾਨੂੰ ਦੁਸ਼ਮਣ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ ਕਿ ਅਸੀਂ ਦੂਰ ਹਾਂ, ਅਤੇ ਜਦੋਂ ਦੂਰ ਹੋਵੋ ਤਾਂ ਦੁਸ਼ਮਣ ਨੂੰ ਵਿਸ਼ਵਾਸ ਦਿਵਾਓ ਕਿ ਤੁਸੀਂ ਉਸ ਦੇ ਨੇੜੇ ਹੋ। ਹਵਾ ਵਾਂਗ ਤੇਜ਼ੀ ਦੇ ਨਾਲ ਅੱਗੇ ਵਧੋ ਅਤੇ ਲੱਕੜ ਦੇ ਵਾਂਗ ਨਜ਼ਦੀਕੀ ਬਣੋ। ਅੱਗ ਦੇ ਵਾਂਗ ਹਮਲਾ ਕਰੋ ਅਤੇ ਪਹਾੜ ਦੇ ਵਾਂਗ ਸਥਿਰ ਰਹੋ। ਮਤਲਬ ਕਿ ਆਪਣੀਆਂ ਯੋਜਨਾਵਾਂ ਨੂੰ, ਆਪਣੀ ਰਣਨੀਤੀ ਨੂੰ ਰਾਤ ਦੇ ਹਨੇਰੇ ਦੇ ਵਾਂਗ ਅਭੇਦ ਹੋਣ ਦਿਓ। ਫਿਰ ਜਦੋਂ ਤੁਸੀਂ ਚੱਲੋ ਤਾਂ ਇੱਕ ਗਰਜ ਦੇ ਵਾਂਗ ਡਿੱਗੋ। ਸਨ ਤਜ਼ੂ ਜਿੱਤਣ ਵਾਲੇ ਦੇ ਲਈ 5 ਪੁਆਇੰਟ ਲਿਖਦਾ ਹੈ। ਪਹਿਲਾ ਪੁਆਇੰਟ ਕਿ ਉਹ ਜਿੱਤੇਗਾ ਜੋ ਜਾਣਦਾ ਹੈ ਕਿ ਕਦੋਂ ਲੜਨਾ ਹੈ ਅਤੇ ਕਦੋਂ ਨਹੀਂ ਲੜਨਾ। ਦੂਸਰਾ ਪੁਆਇੰਟ, ਉਹ ਜਿੱਤੇਗਾ ਜੋ ਉੱਤਮ ਅਤੇ ਘਟੀਆ ਦੋਹਾਂ ਹੀ ਸ਼ਕਤੀਆਂ ਨਾਲ ਨਜਿੱਠਣਾ ਜਾਣਦਾ ਹੋਵੇ। ਤੀਸਰਾ, ਉਹ ਜਿੱਤੇਗਾ ਜਿਸ ਦੀ ਫੌਜ ਆਪਣੇ ਸਾਰੇ ਰੈਂਕਾਂ ਦੇ ਵਿੱਚ ਇੱਕੋ ਹੀ ਆਤਮਾ ਦੇ ਦੁਆਰਾ ਐਨੀਮੇਟਡ ਹੋਵੇ। ਚੌਥਾ, ਉਹ ਜਿੱਤੇਗਾ ਜੋ ਆਪਣੇ ਆਪ ਨੂੰ ਤਿਆਰ ਕਰਦਾ ਹੈ, ਬਿਨਾਂ ਤਿਆਰੀ ਦੇ ਦੁਸ਼ਮਣ ਨੂੰ ਫੜਨ ਦੀ ਉਡੀਕ ਕਰਦਾ ਹੈ। ਪੰਜਵਾਂ ਪੁਆਇੰਟ, ਉਹ ਜਿੱਤੇਗਾ ਜਿਸ ਦੇ ਅੰਡਰ ਫੌਜੀ ਸਮਰੱਥਾ ਹੋਵੇ, ਜਿਸ ਨੂੰ ਕੋਈ ਸਿਆਸਤਦਾਨ ਕਿਸੇ ਦਫ਼ਤਰ ਵਿੱਚ ਬੈਠ ਕੇ ਆਰਡਰ ਨਾ ਕਰ ਰਿਹਾ ਹੋਵੇ। ਦੋਸਤੋ, ਇੱਕ ਜਗ੍ਹਾ ਦੇ ਉੱਪਰ ਸਨ ਤਜ਼ੂ ਰਣਨੀਤੀ ਨੂੰ ਲੈ ਕੇ ਬੜੇ ਬਾਰੀਕ ਨਜ਼ਰੀਏ ਨਾਲ ਸਮਝਾਉਂਦਾ ਹੈ। ਉਹ ਕਹਿੰਦਾ ਹੈ ਕਿ ਜੇਕਰ ਤੁਹਾਡਾ ਦੁਸ਼ਮਣ ਹਰ ਥਾਂ ਸੇਫ ਹੈ, ਸੁਰੱਖਿਅਤ ਹੈ, ਤਾਂ ਉਸ ਦੇ ਲਈ ਤਿਆਰ ਰਹੋ। ਜੇ ਉਹ ਵੱਡੀ ਤਾਕਤ ਦੇ ਵਿੱਚ ਹੈ ਤਾਂ ਉਸ ਤੋਂ ਬਚੋ। ਜੇ ਤੁਹਾਡਾ ਵਿਰੋਧੀ ਸ਼ਾਂਤ ਸੁਭਾਅ ਵਾਲਾ ਹੈ ਤਾਂ ਉਸ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੋ। ਕਮਜ਼ੋਰ ਹੋਣ ਦਾ ਦਿਖਾਵਾ ਕਰੋ ਤਾਂ ਜੋ ਉਹ ਹੰਕਾਰੀ ਹੋ ਜਾਵੇ। ਜੇ ਉਹ ਆਰਾਮ ਲੈ ਰਿਹਾ ਹੋਵੇ ਤਾਂ ਉਸ ਨੂੰ ਆਰਾਮ ਨਾ ਦਿਓ। ਜੇ ਉਸ ਦੀਆਂ ਤਾਕਤਾਂ ਇਕਜੁੱਟ ਨੇ ਤਾਂ ਉਹਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਉਸ ਦੇ ਸਾਰੇ ਫੌਜੀ ਅਫਸਰ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕ ਸੁਰਤਾ ਦੇ ਵਿੱਚ ਨੇ ਤਾਂ ਉਹਨਾਂ ਦੇ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰੋ। ਉੱਥੇ ਹਮਲਾ ਕਰੋ ਜਿੱਥੇ ਉਹ ਤਿਆਰ ਨਹੀਂ, ਉੱਥੇ ਦਿਖਾਈ ਦਿਓ ਜਿੱਥੇ ਉਸ ਨੂੰ ਉਮੀਦ ਨਹੀਂ। ਪਰ ਆਰਟ ਆਫ ਵਾਰ ਦੇ ਅਖੀਰ ਦੇ ਵਿੱਚ ਸਨ ਤਜ਼ੂ ਇੱਕ ਬੜੀ ਪਿਆਰੀ ਗੱਲ ਲਿਖਦਾ ਹੈ ਕਿ ਕਲਪਨਾ ਕਰੋ ਕਿ ਇਸ ਧਰਤੀ ਦੇ ਉੱਪਰ ਕੋਈ ਦੇਸ਼ ਨਹੀਂ, ਕੋਈ ਹੱਦਾਂ ਸਰਹੱਦਾਂ ਨਹੀਂ, ਮਰਨ ਜਾਂ ਮਾਰਨ ਦੇ ਲਈ ਕੋਈ ਵੀ ਹਥਿਆਰ ਕੁਝ ਵੀ ਨਹੀਂ ਅਤੇ ਕੋਈ ਵੀ ਧਰਮ ਨਹੀਂ। ਸਾਰੇ ਲੋਕਾਂ ਦੀ ਕਲਪਨਾ ਕਰੋ, ਤੁਸੀਂ ਸ਼ਾਂਤੀ ਅਤੇ ਆਨੰਦ ਦੇ ਨਾਲ ਭਰ ਜਾਓਗੇ, ਵਿਸਮਾਦ ਦੇ ਨਾਲ ਸੁੰਨ ਹੋ ਜਾਓਗੇ। ਦੋਸਤੋ, ਅਗਰ ਆਰਟ ਆਫ ਵਾਰ ਦੇ ਉੱਤੇ ਸਾਡੀ ਇਹ ਡਿਸਕਸ਼ਨ ਚੰਗੀ ਲੱਗੀ ਹੋਵੇ ਤਾਂ ਇਸ ਪ੍ਰਿੰਸ ਚੋਗਾਮਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਹੱਕ ਅਦਾ ਜ਼ਰੂਰ ਕਰਨਾ।
ਧੰਨਵਾਦ।